शायद उन्होंने भी नहीं पता। ये वो जिहड़े भाई साहब ने उन्होंने भाईचारक सांझ नाल कुछ नहीं, उन्होंने तो आपदियां वोटां तक ही मतलब है। और हर गल नूं हिंदू सिख दे नज़रिए नाल वेखदे, उसे ऐनक नाल वेखदे। बहुत सियाणे जी तुसीं, तां मैं की कहना जी। ਉਹ ਬੰਦੇ ਦਾ ਇੱਕ ਕੰਮ ਹੀ ਬਣ ਗਿਆ ਕਿ ਪਾੜੋ ਤੇ ਰਾਜ ਕਰੋ, ਮਤਲਬ ਹੋਰ ਕੋਈ ਕੰਮ ਨਹੀਂ ਆਉਂਦੇ। ਉਹਨੇ ਭਾਵਨਾ ਪਟਕਾ ਕੇ, ਭਾਵਨਾ ਨੂੰ ਆਹਤ ਕਰਕੇ ਆਪਦਾ ਕੰਮ ਕਰਨਾ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਨਹੀਂ ਹੋ ਰਹੀ। ਆਮ ਆਦਮੀ ਦੀ ਸਰਕਾਰ ਦਿੱਲੀ 'ਚ ਉਹਨਾਂ ਦਾ ਵਿਰੋਧ ਕਰਦੀ ਹੈ, ਕਿੱਥੇ ਕੇਂਦਰ ਦੀ ਸਰਕਾਰ ਕਿਸੇ ਦਾ ਵਿਰੋਧ ਕਰਦੀ ਹੈ। ਜਿਹੜੇ ਇਹਨੂੰ ਹਿੰਦੂ ਸਿੱਖ ਮੁੱਦਾ ਬਣਾਉਂਦੇ ਨਾ, ਇਹ ਜਿਹਾਂ ਤੋਂ ਬਚੋ। ਇਹ ਹਿੰਦੂ ਸਿੱਖ ਦੀ ਗੱਲ ਨਹੀਂ, ਇਹ ਉਦੋਂ ਦੇ ਹਾਲਾਤ ਸੀ। ਇਸੇ ਕਰਕੇ ਉਦੋਂ ਇਹ ਫੇਕ ਐਨਕਾਊਂਟਰਸ ਹੋਏ, ਤਦੇ ਕਈ ਅਫਸਰਾਂ ਨੂੰ ਅੱਜ ਤੱਕ ਮੁੜ ਕੇ 20-20 ਸਾਲ ਬਾਅਦ, 15-15 ਸਾਲ ਬਾਅਦ CBI ਕੋਰਟ ਨੇ, ਹਾਈ ਕੋਰਟ ਨੇ ਮੁੜ ਕੇ ਸਜ਼ਾਵਾਂ ਵੀ ਦਿੱਤੀਆਂ, ਕਈ ਅੰਦਰ ਵੀ ਰਹਿ ਕੇ ਆਏ। ਲੁਧਿਆਣਾ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੇ ਘਰ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਤੇ ਵੱਡਾ ਹਮਲਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਜਿੱਥੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਪਰ ਹਾਲੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਜੋ ਨੁਮਾਇੰਦੇ ਹਨ ਉਹ ਰਿਹਾਈ ਤੇ ਰੋਕ ਲਗਾਉਣ ਦੀ ਗੱਲ ਕਰ ਰਹੇ ਨੇ। ਜੇ ਉਹ ਗਾਂਧੀ ਪਰਿਵਾਰ ਦੇ ਇੰਨੇ ਹੀ ਨੇ ਤਾਂ ਰਾਜੀਵ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਕਿਉਂ ਸਜ਼ਾ ਪੂਰੀ ਕਰਨ ਤੇ ਰਿਹਾਈ ਦਿੱਤੀ ਗਈ ਹੈ। ਅਤੇ ਹੋਰ ਇਸ ਦੌਰਾਨ ਬਿਕਰਮ ਮਜੀਠੀਆ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਹਿਣਾ ਸੀ ਤੇ ਨਾਲ ਹੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦਾ ਕੀ ਕਹਿਣਾ ਸੀ, ਉਹ ਵੀ ਤੁਸੀਂ ਆਪ ਸੁਣ ਲਓ। ਮੈਂ ਜੇਲ੍ਹ 'ਚ ਰਿਹਾ, ਉਦੋਂ ਮੈਂ ਮਹਿਸੂਸ ਕੀਤਾ ਕਿ ਅਸੀਂ ਸਾਰੀ ਜਿੰਨੇ ਬਾਹਰ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਇਨਸਾਫ ਪਸੰਦ ਇਨਸਾਨ ਹੈ, ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲਾ ਇਨਸਾਨ ਹੈ, ਉਹ ਸਾਰੀ ਅਸੀਂ ਬੰਦੀ ਸਿੰਘਾਂ ਦੀ ਗੱਲ ਜ਼ਰੂਰ ਕਰਦੇ ਹਾਂ, ਮਗਰ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ, ਬੰਦੀ ਸਿੰਘਾਂ ਦੀ ਜੋ ਕੁਰਬਾਨੀ ਹੈ, ਜੋ ਉਹਨਾਂ ਦੀ ਐਡਾ ਵੱਡਾ ਉਹਨਾਂ ਨੇ ਸੰਘਰਸ਼ ਆਪਦੇ ਪਿੰਡੇ ਤੇ ਹੰਡਾਇਆ ਵੀ ਹੈ, ਔਖਾ ਸਮਾਂ, ਉਸ ਨੂੰ ਸ਼ਾਇਦ ਸਮਝ ਨਹੀਂ ਸਕਦੇ। ਔਰ ਜਦ ਮੈਂ ਅੰਦਰ ਰਿਹਾ ਔਰ ਜੋ ਮੈਂ ਭਾਈ ਸਾਹਿਬ ਦੀ ਹਰ ਧਰਮ ਪ੍ਰਤੀ, ਹਰ ਇਨਸਾਨ ਪ੍ਰਤੀ ਮੈਂ ਕਹੂੰਗਾ ਜੋ ਸਤਿਕਾਰ ਵੇਖਣ ਨੂੰ ਮਿਲਿਆ, ਔਰ ਜੋ ਮੈਂ ਜੇਲ੍ਹ 'ਚ ਸੁਣਿਆ ਔਰ ਦੇਖਿਆ, ਮੈਂ ਅੰਦਰ ਵੀ ਇਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਇੰਨੇ ਬਿਜ਼ੀ ਰਹਿੰਦੇ ਹਾਂ ਕਿ ਸਾਡੇ ਕੋਲ ਆਪਣੇ ਪਰਿਵਾਰਾਂ ਦੇ ਜੀਆਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਜਿਹੜੇ ਘਰ ਚਲੇ ਜਾਓ, ਕੋਈ ਮੋਬਾਈਲ 'ਚ ਐਂ ਲੱਗਿਆ, ਕੋਈ ਉੱਧਰ ਨੂੰ ਲੱਗਿਆ। ਤੇ ਭਾਈ ਸਾਹਿਬ ਨੂੰ ਮੈਂ ਪੰਛੀਆਂ ਨਾਲ, ਉੱਥੇ ਜੋ ਗਲਹਿਰੀ ਸੀ ਉਹਦੇ ਨਾਲ, ਜਿਹੜਾ ਵੀ ਜਾਨਵਰ ਸੀ, ਜੇ ਕੋਈ ਬਾਂਦਰ ਸੀ, ਕੁਛ ਸੀ, ਹਰੇਕ ਨਾਲ ਗੱਲ ਕਰਦੇ ਵੇਖਿਆ। ਉਹਨਾਂ ਦੀ ਇਨਸਾਨੀਅਤ, ਇਨਸਾਨਾਂ ਪ੍ਰਤੀ ਨਹੀਂ, ਹਰ ਜੀ ਜੰਤ ਜੋ ਪਰਮਾਤਮਾ ਦਾ ਬਣਾਇਆ ਹੈ, ਜਿਹ 'ਚ ਸਾਸ ਨੇ, ਸਵਾਸ ਨੇ, ਉਹਦੇ ਨਾਲ ਗੱਲ ਕਰਦੇ ਮੈਂ ਵੇਖਿਆ। ਔਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੋਟੀਆਂ, ਦਾਣੇ, ਪਾਣੀ ਹਰੇਕ ਪ੍ਰਾਣੀ ਵਾਸਤੇ ਉਹ ਪਾਉਂਦੇ ਸਨ। ਔਰ ਸ਼ਾਇਦ ਇੱਥੇ ਕੁਝ ਸਾਡੇ ਸਿਆਸੀ ਲੀਡਰ ਨੇ ਉਹ ਇਹ ਗੱਲ ਨੂੰ ਸਮਝਦੇ ਨਹੀਂ। ਚਲੋ ਮੈਂ ਉਸ ਗੱਲ 'ਤੇ ਬਾਅਦ 'ਚ ਆਉਣਾ, ਮਗਰ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਕੀ ਸੀ, ਕਿਉਂਕਿ ਮੈਂ ਉਹਨਾਂ ਨੂੰ ਵਾਅਦਾ, ਇਹ ਮੇਰਾ ਉਹਨਾਂ ਨਾਲ ਵਾਅਦਾ ਕਰ ਲਓ ਜਾਂ ਦਿਲ ਦੀ ਸਾਂਝ ਦੀ ਗੱਲ ਕਰ ਲਓ। ਮੈਂ ਕਿਹਾ ਮੈਂ ਭੈਣ ਜੀ ਹੋਰਾਂ ਦਾ ਧੰਨਵਾਦ ਤੇ ਸਤਿਕਾਰ ਕਰਕੇ ਜ਼ਰੂਰ ਆਉਣਾ ਹੈ, ਕਿਉਂਕਿ ਜੇਲ੍ਹ 'ਚ ਜਿੰਨਾ ਪ੍ਰਸ਼ਾਸਨ ਹੈ ਜਾਂ ਜਿੰਨੀ ਐਡਮਿਨਿਸਟ੍ਰੇਸ਼ਨ ਹੈ ਜਾਂ ਜਿੰਨੇ ਉੱਥੇ ਹਵਾਲਾਤੀਆ ਕੈਦੀ ਨੇ, ਕਿਉਂਕਿ ਜੇਲ੍ਹ ਦੀ ਆਪਣੀ ਇੱਕ ਵੱਖਰੀ ਦੁਨੀਆ। ਮੈਂ ਉਹਨਾਂ ਨੂੰ ਪੁੱਛਿਆ ਇੱਕ ਵਾਰੀ, ਉੱਥੇ ਜਿਹੜੇ ਪ੍ਰਸ਼ਾਸਨ ਦੇ ਲੋਕ ਸੀ, ਮੈਂ ਕਿਹਾ ਰਾਜੋਆਣਾ ਸਾਹਿਬ ਵੱਲੋਂ ਕਦੇ ਕੋਈ ਤੁਹਾਡੇ ਨਾਲ ਗੁੱਸਾ ਗਿਲਾ, ਕੋਈ ਕਹਿੰਦੇ ਇਹ ਤੋਂ ਵੱਧ ਇਨਸਾਫ ਪਸੰਦ ਜਾਂ ਕਾਨੂੰਨ ਪਸੰਦ ਬੰਦਾ ਨਹੀਂ ਹੋਣਾ। ਜਦੋਂ ਬੰਦੀ ਦਾ ਸਮਾਂ ਹੁੰਦਾ 5 ਮਿੰਟ ਪਹਿਲਾਂ ਹੀ ਆਪ ਦਾ ਚਲੇ ਜਾਂਦੇ, ਔਰ ਕਹਿੰਦੇ ਸਾਨੂੰ ਵੀ ਜੇ ਕੋਈ ਮੁਸ਼ਕਿਲ ਆਉਂਦੀ ਹੈ,
ਅੰਦਰ ਕੈਦੀਆਂ ਦੇ ਮਸਲੇ 'ਚ ਜਾਂ ਹਵਾਲਾਤੀਆਂ ਦੇ ਮਸਲੇ 'ਚ ਉਹਦੇ 'ਚ ਵੀ ਰਾਜੋਆਣਾ ਸਾਹਿਬ ਉਹਨਾਂ ਨੂੰ ਸਮਝਾਉਣ ਦਾ ਕੰਮ ਕਰਦੇ ਆ। ਤੁਹਾਡੇ ਦੇ ਇੱਥੋਂ ਇੱਕ ਲੀਡਰ ਨੇ, ਉਹਨਾਂ ਨੂੰ ਭੜਕਾਊ ਗੱਲ ਤੋਂ ਬਗੈਰ ਕੋਈ ਗੱਲ ਨਹੀਂ ਆਉਂਦੀ। ਔਰ ਅੱਜ ਮੇਰੇ ਜਾਣ ਤੋਂ ਬਾਅਦ ਉਹਦੇ ਢਿੱਡ ਪੀੜ ਜ਼ਰੂਰ ਹੋਣੀ, ਇਸ ਲਈ ਮੈਂ ਉਹਦਾ ਪਹਿਲਾਂ ਹੀ ਉਹਦਾ ਵੀ ਇਲਾਜ ਕਰ ਜਾ। ਮੁੜ ਕੇ ਬੋਲੂਗਾ, ਮੇਰੀ ਪਿੱਠ ਪਿੱਛੇ ਬੋਲੂਗਾ, ਉਹਦਾ ਸਵਾਦ ਕੋਈ ਨਹੀਂ। ਮੈਂ ਬੋਲ ਕੇ ਪਹਿਲਾਂ ਹੀ ਚੱਲਿਆ। ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ, ਇਹ ਉਹ ਜਿਹੜੇ ਭਾਈ ਸਾਹਿਬ ਨੇ ਉਹਨਾਂ ਨੂੰ ਭਾਈਚਾਰਕ ਸਾਂਝ ਨਾਲ ਕੁਛ ਨਹੀਂ, ਉਹਨਾਂ ਨੂੰ ਤਾਂ ਆਪਦੀਆਂ ਵੋਟਾਂ ਤੱਕ ਹੀ ਮਤਲਬ ਹੈ। ਔਰ ਹਰ ਗੱਲ ਨੂੰ ਹਿੰਦੂ ਸਿੱਖ ਦੇ ਨਜ਼ਰੀਏ ਨਾਲ ਵੇਖਦੇ, ਉਸੇ ਐਨਕ ਨਾਲ ਵੇਖਦੇ। ਬਹੁਤ ਸਿਆਣੇ ਜੀ ਤੁਸੀਂ ਤਾਂ, ਮੈਂ ਕੀ ਕਹਿਣਾ ਜੀ। ਤੁਸੀਂ ਤਾਂ ਐਵੇਂ ਨਹੀਂ ਨਾ ਮੁੱਲਾਪੁਰੀ ਹੁੰਦੀ। ਉਹ ਬੰਦੇ ਦਾ ਇੱਕ ਕੰਮ ਹੀ ਬਣ ਗਿਆ ਕਿ ਪਾੜੋ ਤੇ ਰਾਜ ਕਰੋ, ਮਤਲਬ ਹੋਰ ਕੋਈ ਕੰਮ ਨਹੀਂ ਆਉਂਦੇ। ਉਹਨੇ ਭਾਵਨਾ ਪਟਕਾ ਕੇ, ਭਾਵਨਾ ਨੂੰ ਆਹਤ ਕਰਕੇ ਆਪ ਦਾ ਕੰਮ ਕਰਨਾ। ਮੈਂ ਔਨ ਰਿਕਾਰਡ ਗੱਲ ਕਰ ਰਿਹਾ ਕਿਉਂਕਿ ਮੈਂ ਬੜੀਆਂ ਗੱਲਾਂ ਕੀਤੀਆਂ। ਭਾਈ ਸਾਹਿਬ ਨੇ ਇੱਕੋ ਗੱਲ ਕਹੀ ਕਿ ਮੇਰਾ ਜਿਹੜਾ ਮਸਲਾ ਸੀ ਉਹ ਕੇਵਲ ਤੇ ਕੇਵਲ ਜੋ ਸ੍ਰੀ ਅਕਾਲ ਤਖਤ ਸਾਹਿਬ, ਜੋ ਮੈਂ ਉੱਥੇ ਵੇਖਿਆ, ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ, ਔਰ ਆਪਣੀਆਂ ਸਰਕਾਰਾਂ ਨੇ ਜੋ ਸ੍ਰੀ ਹਰਿਮੰਦਰ ਸਾਹਿਬ 'ਚ ਲਹੂ ਲੁਹਾਨ ਕੀਤਾ, ਮੇਰੇ ਤੋਂ ਨਹੀਂ ਬਰਦਾਸ਼ਤ ਹੋਇਆ। ਜੋ ਦਿੱਲੀ ਤੇ ਨਸਲਕੁਸ਼ੀ ਹੋਈ, ਔਰ ਕਿਵੇਂ ਉਸ ਵੇਲੇ ਦੀ ਕਾਂਗਰਸ ਦੇ ਹੁਕਮਰਾਨ ਦੇ ਲੀਡਰਾਂ ਨੇ, ਰਾਜੀਵ ਗਾਂਧੀ ਨੇ ਆਪੇ ਕਹਿਤਾ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਹੈ, ਔਰ ਫੌਜ ਨੂੰ ਰੋਕਿਆ, ਔਰ ਮਾਸੂਮ ਬੱਚੇ ਬੱਚੀਆਂ ਦੀ ਇੱਜ਼ਤਾਂ ਪੱਤਾਂ ਲੁੱਟੀਆਂ ਗਈਆਂ, ਸਾਡੀਆਂ ਧੀਆਂ ਭੈਣਾਂ ਦੀ, ਔਰ ਜੋ ਜਿਉਂਦਾ ਸਾੜਤੇ ਗਏ। ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਜੋ ਦਿੱਲੀ 'ਚ, ਜੋ ਪੰਜਾਬ 'ਚ ਨੌਜਵਾਨ ਬੱਚੇ ਬੱਚੀਆਂ ਨੂੰ ਘਰੋਂ ਲਿਜਾ ਕੇ ਉਹਨਾਂ ਦੇ ਫੇਕ ਐਨਕਾਊਂਟਰ ਕਰਦੇ ਨੇ, ਝੂਠੇ ਮੁਕਾਬਲੇ 'ਚ ਮਾਰਦੇ ਨੇ, ਕਹਿੰਦੇ ਇਹ ਹਾਲਾਤ ਬਣੇ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੀ ਉੱਠ ਗਿਆ ਸੀਗਾ ਉਸ ਵੇਲੇ ਦੀਆਂ ਸਰਕਾਰਾਂ ਦੇ। ਔਰ ਉਸ ਹਾਲਾਤ ਦੇ ਕਰਕੇ ਜੋ ਕਦਮ ਪੁੱਟੇ ਗਏ, ਜੋ ਕੁਝ ਹੋਇਆ, ਉਹਦੇ ਵਾਸਤੇ ਉਹਨਾਂ ਨੇ ਸਜ਼ਾ ਵੀ ਪੂਰੀ ਕਰ ਲਈ। ਔਰ ਵੇਖੋ ਬਾਕੀ ਤਾਂ ਜਾ ਕੇ ਨਾ ਕਈ ਵਾਰੀ ਕੋਰਟ 'ਚ ਮੁੱਕਰ ਜਾਂਦੇ ਆ ਕਿ ਮੈਂ ਨਹੀਂ ਸੀ ਜਾਂ ਮੈਂ ਇਹ ਝੂਠ ਹੈ। ਉਹਨਾਂ ਨੇ ਜਾ ਕੇ ਆਪਦੀ ਗੱਲ ਨੂੰ ਕਬੂਲਿਆ, ਮਤਲਬ ਮੁੱਕਰੇ ਨਹੀਂ ਹੈ। ਜੋ ਉਹਨਾਂ ਨੇ ਉਸ ਸਮੇਂ ਜੋ ਵੀ ਹਾਲਾਤ ਬਣੇ ਉਸ ਗੱਲ ਨੂੰ ਕਬੂਲਿਆ, ਸੱਚ ਦੇ ਨਾਲ ਖਲੋਤੇ ਰਹੇ, ਆਪਦੀ ਸੱਚਾਈ ਪੇਸ਼ ਕੀਤੀ, ਔਰ ਕਹਿੰਦੇ ਹਾਂ ਆਹ ਕੰਮ ਮੈਂ ਇਸ ਕਾਰਨਾਂ ਕਰਕੇ ਕੀਤਾ। ਮਗਰ ਅਖੀਰ 'ਚ ਸੰਵਿਧਾਨ ਨੇ, ਸੰਵਿਧਾਨ ਕੀ ਕਹਿੰਦਾ ਕਿ ਉਮਰ ਕੈਦ ਇੱਕ ਵਾਰੀ ਮਿਲ ਸਕਦੀ ਹੈ, ਇੱਕੋ ਜੁਰਮ ਦੀਆਂ 27 ਸਾਲ ਸਜ਼ਾ ਨਹੀਂ ਮਿਲਦੀ। ਤੇ ਅੱਜ ਜਿਹੜੇ ਲੋਕ ਜੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ, ਜਿਵੇਂ ਰਾਜੀਵ ਗਾਂਧੀ ਦੇ ਕਿਲਰਸ ਦੀ ਗੱਲ ਚੱਲਦੀ ਹੈ ਕਿ ਉਹਨਾਂ ਦੀ ਰਿਹਾਈ ਸ਼ੁਰੂ ਹੋਈ ਹੈ, ਇਸੇ ਤਰ੍ਹਾਂ ਜੇ ਸੰਵਿਧਾਨ ਸਭ ਤੋਂ ਉੱਚੇ ਆ ਤੇ ਫਿਰ ਸੰਵਿਧਾਨ ਦੀ ਵੀ ਰਖਵਾਲੀ ਹੋਣੀ ਚਾਹੀਦੀ। ਔਰ ਇਸ ਤਰੀਕੇ ਨਾਲ ਉਮਰ ਕੈਦ ਦੀ ਜਿਹੜੀ 27 ਸਾਲ ਡਬਲ ਸਜ਼ਾ ਕੋਈ ਵੀ ਬੰਦੀ ਸਿੰਘ ਜਿਹੜਾ ਕੱਟ ਚੁੱਕਿਆ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਨਹੀਂ ਹੋ ਰਹੀ। ਆਮ ਆਦਮੀ ਦੀ ਸਰਕਾਰ ਦਿੱਲੀ 'ਚ ਉਹਨਾਂ ਦਾ ਵਿਰੋਧ ਕਰਦੀ ਹੈ, ਕਿੱਥੇ ਕੇਂਦਰ ਦੀ ਸਰਕਾਰ ਕਿਸੇ ਦਾ ਵਿਰੋਧ ਕਰਦੀ ਹੈ। ਇਸ ਲਈ ਇਹਨਾਂ ਸਾਰੇ ਬੰਦੀ ਸਿੰਘਾਂ ਦੇ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ, ਹੋਰ ਜਿੰਨੇ ਵੀ ਨੇ, ਉਹਨਾਂ ਨੇ 27 28 ਸਾਲ 30 ਸਾਲ ਸਜ਼ਾ ਪੂਰੀ ਹੋ ਗਈ ਆ। ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸਾਰੇ ਇਨਸਾਫ ਪਸੰਦ ਲੋਕ, ਕਿਉਂਕਿ ਇਹ ਵੀ ਆਪਦੇ ਪਰਿਵਾਰਾਂ 'ਚ ਵਾਪਸ ਆ ਕੇ ਇੱਕ ਜ਼ਿੰਦਗੀ ਆਪਦੀ ਬਤੀਤ ਕਰਨ, ਇਹ ਸਾਡੀ ਸਭ ਦੀ ਮੰਗ। ਔਰ ਦੇਖੋ ਮੈਂ ਜੇਲ੍ਹ 'ਚੋਂ ਬਾਹਰ ਆ ਗਿਆ, ਮੇਰੀ ਉਦੋਂ ਤੱਕ ਤਸੱਲੀ ਨਹੀਂ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ। ਔਰ ਮੈਂ ਰੋਜ਼ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਬੜਾ ਲੰਮਾ ਸਮਾਂ ਜੇਲ੍ਹ 'ਚ ਰਹੇ, ਔਰ ਇੰਟਰਨੈਸ਼ਨਲ ਕਾਨੂੰਨ ਵੀ ਬੜੇ ਕਲੀਅਰ ਨੇ ਕਿ ਇੰਨਾ ਚਿਰ ਕੋਈ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਸੋ ਇਹਨਾਂ ਦੀ ਰਿਹਾਈ ਵੱਡੇ ਪੱਧਰ ਤੇ ਜਿੱਥੇ ਅਸੀਂ ਮੰਗ ਕਰਦੇ। ਔਰ ਮੈਂ ਜਿਹੜੀ ਅੱਗੇ ਗੱਲ ਕਰ ਰਿਹਾ ਸਾਂ, ਥੋੜੀ ਗੱਲ ਵਿੱਚ ਰਹਿ ਗਈ ਕਿ ਰਾਜੋਆਣਾ ਸਾਹਿਬ ਅੰਦਰ ਆਉਣ ਤੋਂ ਪਹਿਲਾਂ ਇੱਕ ਬੜੇ ਤੁਹਾਡੇ ਪੱਤਰਕਾਰ ਹੋਏ ਆ ਮੁੱਲਾਪੁਰੀ ਸਾਹਿਬ, ਤੁਸੀਂ ਜਾਣਦੇ ਹੋਣੇ, ਸਰਹੰਦੀ ਸਾਹਿਬ, ਭੂਸ਼ਣ ਸਰਹੰਦੀ ਜੀ, ਜਿਨ੍ਹਾਂ ਨੇ 30 ਅਖਬਾਰਾਂ ਦੇ ਉਹ ਆਪ ਉਹਨਾਂ ਕੋਲ ਉਹਦੇ ਉਹ ਸੀਗੇ ਰਿਪੋਰਟਰ। ਇੱਕ ਸਮਾਂ ਉਹ ਵੀ ਸੀ, ਅਖੀਰ 'ਚ ਉਹ ਜਗਬਾਣੀ ਦੇ ਸੀ। ਔਰ
ਉਹਨਾਂ ਤੇ ਅਟੈਕ ਵੀ ਹੋਇਆ ਇੱਕ ਵਾਰੀ, ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ। ਉਸ ਵੇਲੇ ਉਹਨਾਂ ਦੀ ਹਿਫਾਜ਼ਤ ਤੇ ਕੌਣ ਸੀ? ਬਲਵੰਤ ਸਿੰਘ ਰਾਜੋਆਣਾ। ਕਹਿਣ ਦਾ ਭਾਵ ਕਿ ਜਿਹੜੇ ਇਹਨੂੰ ਹਿੰਦੂ ਸਿੱਖ ਮੁੱਦਾ ਬਣਾਉਂਦੇ ਨਾ, ਇਹ ਜਿਹਾਂ ਤੋਂ ਬਚੋ। ਇਹ ਹਿੰਦੂ ਸਿੱਖ ਦੀ ਗੱਲ ਨਹੀਂ, ਇਹ ਉਦੋਂ ਦੇ ਹਾਲਾਤ ਸੀ। ਇਸੇ ਕਰਕੇ ਉਦੋਂ ਇਹ ਫੇਕ ਐਨਕਾਊਂਟਰਸ ਹੋਏ, ਤਦੇ ਕਈ ਅਫਸਰਾਂ ਨੂੰ ਅੱਜ ਤੱਕ ਮੁੜ ਕੇ 20-20 ਸਾਲ ਬਾਅਦ 15-15 ਸਾਲ ਬਾਅਦ CBI ਕੋਰਟ ਨੇ, ਹਾਈ ਕੋਰਟ ਨੇ ਮੁੜ ਕੇ ਸਜ਼ਾਵਾਂ ਵੀ ਦਿੱਤੀਆਂ, ਕਈ ਅੰਦਰ ਵੀ ਰਹਿ ਕੇ ਆਏ। ਇਸ ਲਈ ਜਿਹੜਾ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਦਾ, ਇਹਨੂੰ ਆਪਦੀ ਛੋਟੀ ਸੋਚ ਕਰਕੇ ਵੋਟਾਂ ਵਾਸਤੇ ਫਾਇਦਾ ਲੈਣ ਦੀ ਗੱਲ ਕਰਦਾ, ਉਹ ਤੋਂ ਬਚੋ। ਔਰ ਗੱਲ ਸੰਵਿਧਾਨ ਦੀ ਹੋਵੇ, ਸੰਵਿਧਾਨ ਸਭ ਤੋਂ ਉੱਤੇ, ਇਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਅਸਲ 'ਚ ਵੀਰ ਜੀ ਰਾਜੋਆਣਾ ਜੀ 27 ਸਾਲਾਂ ਦਾ ਸੰਘਰਸ਼ ਸੀਗਾ ਤੇ ਹਮੇਸ਼ਾ ਮਤਲਬ ਇੱਕ ਅਰਦਾਸ ਹੁੰਦੀ ਸੀ ਜਦੋਂ ਮਜੀਠੀਆ ਜੀ ਗਏ ਜੇਲ੍ਹ 'ਚ, ਤਾਂ ਗੁਰੂ ਸਾਹਿਬ ਜੀ ਦੇ ਅੱਗੇ ਵੀਰ ਜੀ ਨੇ ਇਹੀ ਕਿਹਾ ਸੀ ਕਿ ਗੁਰੂ ਸਾਹਿਬ ਜੀ ਨੇ ਤੁਹਾਨੂੰ ਇਸੇ ਲਈ ਭੇਜਿਆ ਕਿ ਤਾਂ ਕਿ ਤੁਸੀਂ ਸਾਡੇ ਦੁੱਖ ਦਰਦ ਨੂੰ ਮਹਿਸੂਸ ਕਰ ਸਕੋ। ਤੇ ਵੀਰ ਜੀ ਨੇ ਜਿਸ ਤਰ੍ਹਾਂ ਮਜੀਠੀਆ ਵੀਰ ਜੀ ਨੇ ਪੱਖ ਰੱਖਿਆ ਵੀਰ ਜੀ ਦਾ, ਵੀਰ ਜੀ ਜਿਸ ਤਰ੍ਹਾਂ ਮਤਲਬ ਕੋਈ ਪੱਖ ਰੱਖ ਨਹੀਂ ਸੀ ਸਕਿਆ ਅੱਜ ਤੱਕ। ਤੇ ਅਸੀਂ ਤਾਂ ਇਹੀ ਕਹਾਂਗੇ ਕਿ ਬਹੁਤ ਜ਼ਿਆਦਾ ਗੁਰੂ ਮਹਾਰਾਜ ਦਾ ਸ਼ੁਕਰੀਆ ਅਦਾ ਕਰਦੇ ਹਾਂ, ਅੱਜ ਸਾਡੇ ਘਰੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਗੁਰੂ ਸਾਹਿਬ ਜੀ ਅੱਗੇ ਸਾਡੀ ਤਾਂ ਇਹੀ ਅਰਦਾਸ ਆ ਕਿ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਬਖਸ਼ੇ ਤੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਸਾਡੀ ਤਾਂ ਅਰਦਾਸ ਆ ਪਰਿਵਾਰ ਦੀ ਕਿ ਮਜੀਠੀਆ ਜੀ ਤੇ ਮਜੀਠੀਆ ਜੀ ਦਾ ਪਰਿਵਾਰ ਵੀਰ ਜੀ ਉਹਨਾਂ ਦਾ ਸਾਰਾ ਚੜ੍ਹਦੀ ਕਲਾ 'ਚ ਰਹੇ ਜੀ। ਅੱਜ ਸਾਡੇ ਦੁੱਖ ਸੁੱਖ ਨੂੰ ਸਮਝ ਕੇ ਹਮੇਸ਼ਾ ਸਾਡੇ ਨਾਲ ਖੜੇ ਨੇ ਤੇ ਵੀਰ ਜੀ ਹਮੇਸ਼ਾ ਰਾਜੋਆਣਾ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਨੇ, ਆਪਣੀਆਂ ਸੰਸਥਾਵਾਂ ਨੂੰ ਸਮਰਪਿਤ ਨੇ। ਤੇ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਕਿ ਵੀਰ ਜੀ ਰਾਜੋਆਣਾ ਜੀ ਕੋਲ ਰਹੇ, ਵੀਰ ਜੀ ਉਹਨਾਂ ਨੂੰ ਸਮਝਿਆ ਤੇ ਵੀਰ ਜੀ ਦਾ ਪੱਖ ਉਹਨਾਂ ਨੇ ਸਾਰਿਆਂ ਨੂੰ ਦੱਸਿਆ। ਜੋ ਅੱਜ ਤੱਕ ਅਸੀਂ ਮਹਿਸੂਸ ਕਰਦੇ ਸੀ ਕਿ ਵੀਰ ਜੀ ਰਾਜੋਆਣਾ ਜੀ ਨੂੰ ਬਾਹਰ ਮੀਡੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ ਸੀਗਾ, ਪਰ ਵੀਰ ਜੀ ਨੂੰ ਜਿਸ ਤਰ੍ਹਾਂ ਵੀਰ ਜੀ ਨੇ ਸਾਰਾ ਕੁਝ ਦੱਸਿਆ, ਤੁਹਾਨੂੰ ਸਾਰਿਆਂ ਨੂੰ ਪਤਾ ਗਾ। ਤੇ ਅਸੀਂ ਤਾਂ ਉਹਨਾਂ ਦਾ ਘਰੇ ਆਉਣ ਤੇ ਸਾਰਿਆਂ ਦਾ ਮਤਲਬ ਉਹਨਾਂ ਦੇ ਸਮੁੱਚੇ ਜਿਹੜੇ ਸਾਰੇ ਨਾਲ ਆਏ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪੂਰੀ ਕੌਮ ਸ਼੍ਰੋਮਣੀ ਕਮੇਟੀ ਵੱਲੋਂ ਵੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇਨਸਾਫ ਹੋਣਾ ਚਾਹੀਦਾ। 28 ਸਾਲ ਵੀਰ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਹੋ ਗਏ ਤੇ ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ। ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਈਨ ਨਹੀਂ ਕਰ ਰਹੀ ਕਿ ਇੰਟਰਸਟ ਨਹੀਂ ਹੈਗਾ ਉਹਨਾਂ ਨੂੰ? ਜੀ ਕੋਈ ਵੀ ਸਰਕਾਰਾਂ ਤੁਸੀਂ ਦੇਖ ਲਓ ਕਿ ਇਨਸਾਫ ਨਹੀਂ ਕਰ ਰਹੀਆਂ। ਕੇਜਰੀਵਾਲ ਸਰਕਾਰ ਵੀ ਇਨਸਾਫ ਨਹੀਂ ਕਰ ਰਹੀ। ਦੂਸਰੀ ਤਰਫ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੀਂ ਪ੍ਰਕਾਸ਼ ਪੁਰਬ ਤੇ ਮੋਦੀ ਜੀ ਨੇ ਉੱਥੋਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਲੇਕਿਨ ਅੱਜ ਤੱਕ 3 ਸਾਲ ਬੀਤ ਗਏ, ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ ਹੈਗਾ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਸ।